ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਰਵੀ ਸਰ CBSE ਅਕੈਡਮੀ ਬੋਰਡ ਤੋਂ ਜੀ। ਅੱਜ ਅਸੀਂ ਡਿਸਕਸ ਕਰਾਂਗੇ ਇਸਲਾਮ ਧਰਮ ਦੇ ਬਾਰੇ। ਤੁਹਾਨੂੰ ਪਤਾ ਜੀ ਹਿਸਟਰੀ ਜਿਹੜੀ ਹੈ ਇਹ ਕਿ ਮੈਨੂੰ ਬੱਚਿਆਂ ਨੇ ਕਿਹਾ ਸੀ ਹਿਸਟਰੀ ਦਾ ਥੋੜਾ ਟੌਪਿਕ ਰਿਵੀਜ਼ਨ ਕਰ ਲਈਏ, ਕਿਉਂਕਿ ਪੰਜਾਬ ਦੇ ਕਾਫੀ ਐਗਜ਼ਾਮ ਆ ਰਹੇ ਨੇ। ਸੋ ਲੂਸੈਂਟ ਦੀ ਬੁੱਕ ਦੇ ਵਿੱਚੋਂ ਕਾਫੀ ਬੱਚੇ ਰਿਵਾਈਜ਼ ਕਰ ਰਹੇ ਨੇ, ਤਾਂ ਸੋ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਲੂਸੈਂਟ ਦੀ ਬੁੱਕ ਹੈ ਉਹਦੇ ਵਿੱਚੋਂ ਆਪਾਂ ਮਿਡਾਈਵਲ ਇੰਡੀਆ ਜਿਹੜੀ ਹੈ ਉਸ ਨੂੰ ਆਪਾਂ ਰਿਵਾਈਜ਼ ਕਰਾਂਗੇ। ਇਹ ਰਿਵੀਜ਼ਨ ਵੀਡੀਓ ਹੈ, ਇਸ ਦੇ ਵਿੱਚ ਮੈਂ ਫਿਰ ਕਾਫੀ ਐਕਸਪਲੇਨ ਵੀ ਤੁਹਾਨੂੰ ਕਰੂੰਗਾ। ਅਤੇ ਇਸ ਨੂੰ ਆਪਾਂ ਪੜ੍ਹਨ ਤੋਂ ਪਹਿਲਾਂ ਜਦੋਂ ਆਪਾਂ ਹਿਸਟਰੀ ਨੂੰ ਪੜ੍ਹਦੇ ਹੁੰਦੇ ਹਾਂ ਤਾਂ ਆਪਾਂ 3 ਭਾਗਾਂ 'ਚ ਹਿਸਟਰੀ ਨੂੰ ਪੜ੍ਹਦੇ ਹੁੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹੁੰਦੇ ਹਾਂ ਏਸ਼ੀਅੰਟ ਹਿਸਟਰੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਪ੍ਰਾਚੀਨ ਭਾਰਤ ਦੇ ਬਾਰੇ, ਠੀਕ ਹੈ। ਉਸ ਤੋਂ ਬਾਅਦ ਜੀ ਮਿਡਾਈਵਲ ਇੰਡੀਆ, ਕਿ ਜਦੋਂ ਇਹ ਪ੍ਰਾਚੀਨ ਭਾਰਤ ਦੇ ਵਿੱਚ ਹੁੰਦੇ ਸੀ ਸਾਰੇ ਹਿੰਦੂ ਰੂਲਰ, ਹਿੰਦੁਸਤਾਨ ਦੇ ਜਿੰਨੇ ਵੀ ਹਿੰਦੂ ਰੂਲਰ ਸੀਗੇ। ਬਾਅਦ ਦੇ ਵਿੱਚ ਮਿਡਾਈਵਲ ਇੰਡੀਆ ਦਾ ਨਾਮ ਪੈ ਗਿਆ, ਇਸ ਦੇ ਵਿੱਚ ਆ ਗਿਆ ਆਪਣੇ ਮੁਸਲਿਮ ਜਗਤ, ਜਦੋਂ ਮੁਸਲਮਾਨਾਂ ਨੇ ਸਾਡੇ ਉੱਪਰ ਹਮਲੇ ਕੀਤੇ ਅਤੇ ਉਸ ਤੋਂ ਬਾਅਦ ਇੰਡੀਆ ਨੂੰ ਉਹਨਾਂ ਨੇ ਕਬਜ਼ਾ ਕਰ ਲਿਆ। ਫਿਰ ਉਹ ਕਹਿੰਦੇ ਜੀ ਉਸ ਤੋਂ ਬਾਅਦ ਆਇਆ ਮਾਡਰਨ ਪੀਰੀਅਡ। ਮਾਡਰਨ ਦੇ ਵਿੱਚ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਭਜਾਤਾ ਅਤੇ ਬਾਅਦ ਦੇ ਵਿੱਚ ਫਾਈਨਲੀ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ। ਤਾਂ ਇਸ ਤਰ੍ਹਾਂ ਦੇ ਇਹਦੇ ਵਿੱਚ ਆਪਾਂ ਇਹ ਜਿਹੜਾ ਸੈਕਿੰਡ ਪੋਰਸ਼ਨ ਹੈ ਜਿਹੜਾ ਮਿਡਾਈਵਲ ਇੰਡੀਆ ਵਾਲਾ, ਮੁਸਲਮਾਨਾਂ ਵਾਲਾ, ਉਸ ਨੂੰ ਪੜ੍ਹ ਕੇ ਫਿਰ ਆਪਾਂ ਜਾਵਾਂਗੇ ਮਾਡਰਨ ਦੇ ਉੱਪਰ, ਫਿਰ ਜਾਵਾਂਗੇ ਏਸ਼ੀਅੰਟ ਦੇ ਉੱਪਰ, ਠੀਕ ਹੈ ਜੀ। ਕਿਉਂਕਿ ਸਭ ਤੋਂ ਜ਼ਿਆਦਾ ਕੁਐਸਚਨ ਤੁਹਾਡੇ ਮਿਡਾਈਵਲ ਅਤੇ ਮਾਡਰਨ ਦੇ ਵਿੱਚੋਂ ਹੀ ਆਉਣੇ ਹੈ, ਤਾਂ ਉਸ ਨੂੰ ਹੀ ਆਪਾਂ ਕਵਰ ਕਰਾਂਗੇ। ਅਤੇ ਇਸੇ ਤਰ੍ਹਾਂ ਹੀ ਜੀ ਜਿਹੜੇ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਆਏ ਨੇ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਾਂ ਇਸ ਚੈਨਲ ਦੀਆਂ ਪਹੁੰਚਦੀਆਂ ਰਹਿਣ। ਅਤੇ ਆਓ ਜੀ ਹੁਣ ਆਪਣੇ ਲੈਕਚਰ ਨੂੰ ਆਪਾਂ ਸਟਾਰਟ ਕਰੀਏ। ਪਹਿਲਾ ਕੰਮ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਏਸ਼ੀਅੰਟ ਦੇ ਵਿੱਚ ਹਿੰਦੂ ਰੂਲਰ ਸੀਗੇ। ਹਿੰਦੂ ਰੂਲਰਸ ਦੇ ਵਿੱਚੋਂ ਕਹਿੰਦੇ ਸੀ ਵੀ ਜੀ ਜਿਹੜਾ ਕਿ ਪੂਰਾ ਹਿੰਦੁਸਤਾਨ ਹੈ, ਪਾਕਿਸਤਾਨ ਹੈ, ਤਾਂ ਹਿੰਦੁਸਤਾਨ ਜਿਹੜਾ ਪਾਕਿਸਤਾਨ ਵਾਲਾ ਏਰੀਆ ਨਾ ਇਹ 3 ਭਾਗਾਂ 'ਚ ਡਿਵਾਈਡ ਸੀਗਾ। ਜਿਵੇਂ ਕਿ ਮੁਲਤਾਨ, ਸਿੰਧ ਕਹਿੰਦੇ ਸੀ, ਮੁਲਤਾਨ ਦਾ ਬਾਅਦ ਦੇ ਵਿੱਚ ਨਾਮ ਪਿਆ ਸਿੰਧ। ਜਿਹੜਾ ਅੱਜ ਬਲੋਚਿਸਤਾਨ ਹੈ ਉਹ ਵਾਲਾ ਏਰੀਆ ਨੂੰ ਸਿੰਧ ਕਹਿੰਦੇ ਸੀ। ਬਾਕੀ ਜਿਹੜਾ ਉੱਪਰ ਵਾਲਾ ਸੀ ਮੁਲਤਾਨ ਟਾਈਪ, ਇਸ ਤਰ੍ਹਾਂ ਪਾਕਿਸਤਾਨ ਵਾਲਾ ਏਰੀਆ ਜਿਹੜਾ ਸੀ, ਇੱਥੋਂ ਸਾਰੇ ਰੂਲਰ ਜਿਹੜੇ ਇੰਡੀਆ ਦੇ ਵਿੱਚ ਐਂਟਰ ਕਰਦੇ ਸੀ। ਜਦੋਂ ਵੀ ਏਸ਼ੀਆ ਦੇ ਵਿੱਚੋਂ ਕੋਈ ਆਉਂਦਾ ਸੀ ਤਾਂ ਉਹ ਇਹ ਸਾਰਾ ਹੁੰਦਾ ਸੀ ਸਾਡਾ ਪੰਜਾਬ, ਤਾਂ ਇੱਥੋਂ ਹੀ ਸਾਰਿਆਂ ਨੇ ਇਹਨਾਂ ਨੇ ਐਂਟਰ ਕਰਨਾ ਸੀ ਪੰਜਾਬ ਦੇ ਵਿੱਚ। ਅਗਰ ਹਿੰਦੁਸਤਾਨ ਨੂੰ ਜਿੱਤਣਾ ਹੈ ਤਾਂ ਪੰਜਾਬ ਨੂੰ ਪਹਿਲਾਂ ਜਿੱਤਣਾ ਜ਼ਰੂਰੀ ਹੁੰਦਾ ਸੀ। ਤਾਂ ਹੀ ਤੁਸੀਂ ਵੇਖੋਗੇ ਪੰਜਾਬ ਦੇ ਵਿੱਚ ਇੰਨੇ ਵੱਡੇ ਜਿਹੜੇ ਯੋਧੇ ਮਿਲਦੇ ਨੇ, ਉਹ ਰੀਜ਼ਨ ਇਹ ਹੁੰਦਾ ਸੀ ਕਿਉਂਕਿ ਜਿਹੜਾ ਵੀ ਪਰਸਨ ਇੱਥੇ ਇੰਡੀਆ ਨੂੰ ਲੁੱਟਣ ਆ ਰਿਹਾ ਉਹ ਸਿਰਫ ਅੰਗਰੇਜ਼ ਆਏ ਸੀ ਪਾਣੀ ਦੇ ਵੱਲੋਂ, ਪਾਣੀ ਸਮੁੰਦਰ ਦੇ ਥਾਂ ਤੋਂ ਆਏ ਸੀ। ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਵੀ ਕਬਜ਼ਾ ਕੀਤਾ ਹੈ ਉਹ ਸਾਰੇ ਜਿੰਨੇ ਵੀ ਲੋਕ ਆਏ ਨੇ ਉਹ ਸਿਰਫ ਇਸ ਰੂਟ ਤੋਂ ਆਏ ਨੇ, ਠੀਕ ਹੈ ਜੀ। ਤਾਂ ਇਹ ਰੂਟ ਤੋਂ ਹੁਣ ਕਬਜ਼ਾ ਕਰਨ ਵਾਸਤੇ ਪੰਜਾਬ ਦੇ ਵਿੱਚੋਂ ਕਾਫੀ ਜਿਹੜੇ ਸੂਰਮੇ ਯੋਧੇ ਪੈਦਾ ਹੋਏ ਨੇ, ਮਹਾਰਾਜੇ ਪੈਦਾ ਹੋਏ ਨੇ। ਤਾਂ ਸੋ ਇਹ ਲੜਾਕੂ ਕੌਮ ਰਹੀ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਇਸਲਾਮ ਧਰਮ ਦਾ ਜਿਹੜਾ ਕਿ ਇਸ ਦੇ ਵਿੱਚੋਂ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ। ਸੋ ਉਸ ਨੂੰ ਪੜ੍ਹ ਕੇ ਫਿਰ ਆਪਾਂ ਜਾਵਾਂਗੇ, ਆਪਾਂ ਉਸ ਤੋਂ ਬਾਅਦ ਪੜ੍ਹਾਂਗੇ ਮਿਡਾਈਵਲ ਇੰਡੀਆ ਦੇ ਬਾਰੇ, ਠੀਕ ਹੈ ਜੀ। ਅਤੇ ਇਸਲਾਮ ਧਰਮ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਇਸਲਾਮ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਜੀ ਇਸਲਾਮ ਧਰਮ ਦੇ ਵਿੱਚ ਆਪਾਂ ਪੜ੍ਹਨਾ ਹੈ ਕਿ ਇਹਦੇ ਸੰਸਥਾਪਕ ਕਿਹੜੇ ਸੀ। ਸੰਸਥਾਪਕ ਦਾ ਮਤਲਬ ਹੁੰਦਾ ਫਾਊਂਡਰ ਜਿਨ੍ਹਾਂ ਨੇ ਫਾਊਂਡ ਕੀਤਾ ਸੀ ਇਸਲਾਮ ਧਰਮ, ਠੀਕ ਹੈ ਜੀ। ਇਸਲਾਮ ਧਰਮ ਕਿਹਨੇ ਫਾਊਂਡ ਕੀਤਾ ਸੀ? ਹਜ਼ਰਤ ਮੁਹੰਮਦ ਸਾਹਿਬ ਇਹ ਜਿਹੜੇ ਇਹਨਾਂ ਦੇ ਮੇਨ ਹੁੰਦੇ ਸੀ। ਜਿਵੇਂ ਤੁਸੀਂ ਵੇਖੋਗੇ ਜਿਹੜਾ ਬੁੱਧਿਜ਼ਮ ਸੀ ਉਹ ਮਹਾਤਮਾ ਬੁੱਧ ਜੀ ਨੇ ਫਾਊਂਡ ਕੀਤਾ ਸੀ। ਸਿੱਖਿਜ਼ਮ ਸੀਗਾ ਉਹ ਫਾਊਂਡ ਕੀਤਾ ਸੀ ਕਿਹਨਾਂ ਨੇ? ਗੁਰੂ ਨਾਨਕ ਦੇਵ ਜੀ ਨੇ, ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਹੀ ਜਿਹੜਾ ਜੈਨਿਜ਼ਮ ਸੀਗਾ ਉਹ ਰਿਸ਼ਵ ਦੇਵ ਨੇ ਕੀਤਾ ਸੀਗਾ। ਇਸੇ ਤਰ੍ਹਾਂ ਹੀ ਸਾਰੇ ਜਿਹੜੇ ਇਸਲਾਮ ਧਰਮ ਵੀ ਸੇਮ ਹੈ। ਇਸੇ ਤਰ੍ਹਾਂ ਹੀ ਹਜ਼ਰਤ ਮੁਹੰਮਦ ਸਾਹਿਬ ਦਾ ਕੁਐਸਚਨ ਤੁਹਾਨੂੰ ਪੇਪਰ 'ਚ ਆ ਸਕਦਾ ਹੈ। ਇਹਨਾਂ ਦਾ ਜਨਮ ਹੋਇਆ ਕਦੋਂ ਸੀਗਾ? ਇਹਨਾਂ ਦਾ ਜਨਮ ਹੋਇਆ ਸੀ ਈਸਾ ਮਸੀਹ ਦੇ ਜਨਮ ਤੋਂ 500 ਸਾਲ ਬਾਅਦ, ਮਤਲਬ 570 ਈਸਵੀ ਦੇ ਵਿੱਚ। ਕਿਉਂਕਿ ਆਪਾਂ ਨੂੰ ਪਤਾ ਹੈ ਜੀ ਟਾਈਮ ਲਾਈਨ ਦੇ ਵਿੱਚ ਆਪਾਂ ਕਿਵੇਂ ਪੜ੍ਹਦੇ ਹਾਂ। ਟਾਈਮ ਲਾਈਨ ਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ, ਦੇਖੋ ਜੀ ਆਹ ਈਸਾ ਮਸੀਹ ਦਾ ਜਨਮ ਹੋਇਆ ਸੀਗਾ। ਈਸਾ ਮਸੀਹ ਦੇ ਪਿੱਛੇ ਵਾਲੇ ਟਾਈਮ ਨੂੰ ਆਪਾਂ ਲਿਖਦੇ ਹੁੰਦੇ ਹਾਂ ਹਮੇਸ਼ਾ BC, ਇਹਨੂੰ ਹਿੰਦੀ ਦੇ ਵਿੱਚ ਕਹਿ ਦਿੰਦੇ ਹਾਂ ਈਸਾ ਪੂਰਵ ਕਹਿ ਦਿੰਦੇ ਹਾਂ। ਅਤੇ ਇਸ ਤੋਂ ਜਦੋਂ ਈਸਾ ਮਸੀਹ ਦਾ ਜਨਮ ਹੋ ਗਿਆ ਉਸ ਤੋਂ ਬਾਅਦ ਜਿਹੜਾ ਇਤਿਹਾਸ ਪੜ੍ਹਦੇ ਹਾਂ ਉਹਨੂੰ ਆਪਾਂ ਕਿਵੇਂ ਪੜ੍ਹਦੇ ਹਾਂ? AD, ਇਹਦਾ ਮਤਲਬ ਹੈ ਈਸਵੀ ਦੇ ਵਿੱਚ, ਠੀਕ ਹੈ। ਤਾਂ ਆਪਣੇ ਕੋਲ ਹਿਸਟਰੀ ਪੜ੍ਹਨ ਦਾ ਤਰੀਕਾ ਇਹੀ ਹੈ ਕਿ ਆਪਾਂ ਜੈਸਸ ਕ੍ਰਾਈਸਟ ਨੂੰ ਆਪਾਂ ਮੇਨ ਮੰਨ ਕੇ ਚੱਲਦੇ ਹਾਂ, ਠੀਕ ਹੈ ਜੀ। ਕਿਤੇ ਉਸ ਤੋਂ ਬਾਅਦ ਇਹਨਾਂ ਦਾ ਜਨਮ ਹੋਇਆ ਸੀ 500 ਸਾਲ, ਈਸਾ ਮਸੀਹ ਦੇ ਵੀ 500 ਸਾਲ ਬਾਅਦ ਜਨਮ ਹੋਇਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦਾ ਜਨਮ ਹੋਇਆ ਕਿੱਥੇ ਸੀਗਾ? ਤੁਹਾਨੂੰ ਪਤਾ ਹੈ ਜੀ ਮੱਕਾ ਕਿੱਥੇ ਹੈ? ਸਾਊਦੀ ਅਰਬ ਦੇ ਵਿੱਚ। ਸਾਊਦੀ ਅਰਬ ਜਿਹੜਾ ਹੈ ਉੱਥੇ ਮੱਕਾ ਮਦੀਨਾ 2 ਸ਼ਹਿਰ ਨੇ, ਠੀਕ ਹੈ ਜੀ। ਕਿਹੜੇ ਕਬੀਲੇ 'ਚ ਹੋਇਆ ਸੀ? ਕੁਰੈਸ਼ ਨਾਮ ਦੇ ਕਬੀਲੇ ਦੇ ਵਿੱਚ ਹੋਇਆ ਸੀਗਾ। ਅਤੇ ਇਹਨਾਂ ਦੇ ਫਾਦਰ ਦਾ ਨਾਮ ਕੀ ਸੀਗਾ ਜੀ? ਇਹਨਾਂ ਦੇ ਫਾਦਰ ਦਾ ਨਾਮ ਸੀਗਾ ਅਬਦੁੱਲਾ ਅਤੇ ਮਾਤਾ ਦਾ ਨਾਮ ਸੀਗਾ ਅਮੀਨਾ, ਠੀਕ ਹੈ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਅਤੇ ਇਹਨਾਂ ਦਾ ਜਿਹੜਾ ਲਾਲਨ ਪੋਸ਼ਣ ਜਿਹੜਾ ਹੋਇਆ ਸੀ, ਮਤਲਬ ਜਿਹੜਾ ਇਹਨਾਂ ਦਾ ਪਾਲਣ ਪੋਸ਼ਣ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਤਾਂ ਇਹ ਹੋਇਆ ਸੀ ਇਹਨਾਂ ਦੇ ਚਾਚਾ ਅਬੂ ਤਾਲਿਬ ਦੇ ਕੋਲ, ਠੀਕ ਹੈ ਜੀ। ਅਤੇ ਮੈਂ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਕਰਦਾ ਪਿਆ, ਠੀਕ ਹੈ ਜੀ।
ਤੇ ਉਸ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਨੂੰ ਜੀ ਤੁਹਾਨੂੰ ਪਤਾ ਹੈ ਸਾਰੇ ਪਰਸਨ ਜਿਵੇਂ ਬੁੱਧਿਜ਼ਮ ਸੀਗਾ, ਇਹਨਾਂ ਨੇ ਵੀ ਆਪਣਾ ਘਰ ਛੱਡਿਆ ਸੀਗਾ ਤੇ ਇਹਨਾਂ ਬਾਅਦ ਫਿਰ ਇਹਨਾਂ ਨੂੰ 30 ਕੁ ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ। ਮਹਾਵੀਰ ਜਿਹੜੇ ਸੀਗੇ ਜੈਨਿਜ਼ਮ ਦੇ, ਉਹਨਾਂ ਨੂੰ ਵੀ 30-29 ਸਾਲ ਦੀ ਏਜ ਦੇ ਵਿੱਚ ਜਿਹੜਾ ਆਪਣੇ ਗਿਆਨ ਪ੍ਰਾਪਤ ਹੋਇਆ ਸੀਗਾ। ਠੀਕ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਉਹ ਵੀ ਆਪਣੇ ਘਰੋਂ ਗਏ ਸੀਗੇ ਤੇ ਉਸ ਤੋਂ ਬਾਅਦ 3 ਦਿਨ ਨਦੀ ਦੇ ਵਿੱਚ ਅਲੋਪ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਿਆਸ ਨਦੀ ਦੇ ਕੰਢੇ 'ਤੇ ਗਿਆਨ ਪ੍ਰਾਪਤ ਹੋਇਆ ਸੀਗਾ। ਸੇਮ ਇਸੇ ਤਰ੍ਹਾਂ ਹੀ ਕਹਿੰਦੇ ਜੀ ਹਜ਼ਰਤ ਮੁਹੰਮਦ ਸਾਹਿਬ ਨੂੰ ਜੀ 610 ਈਸਵੀ ਦੇ ਵਿੱਚ ਮੱਕਾ ਦੇ ਕੋਲ ਹੀਰਾ ਨਾਮਕ ਥਾਂ ਦੇ ਕੋਲ ਕੀ ਹੋਇਆ ਸੀ, ਇਨਲਾਈਟਨਮੈਂਟ ਮਤਲਬ ਗਿਆਨ ਪ੍ਰਾਪਤ ਹੋਇਆ ਸੀਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ 24 ਸਤੰਬਰ 1922 ਦੇ ਵਿੱਚ ਪੈਗੰਬਰ ਨੇ ਕੀ ਕੀਤਾ ਸੀਗਾ ਜੀ, ਫਿਰ ਇਹ ਮੱਕਾ ਤੋਂ ਕਿੱਥੇ ਚਲੇ ਗਏ, ਮਦੀਨੇ ਦੇ ਕੋਲ ਚਲੇ ਗਏ। ਮਦੀਨਾ ਨਾਮਕ ਇੱਕ ਪਲੇਸ ਹੈ, ਦੋਨੇ ਪਲੇਸ ਕਿੱਥੇ ਨੇ, ਸਾਊਦੀ ਅਰਬ ਦੇ ਵਿੱਚ ਨੇ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਕੁਐਸਚਨ ਪੇਪਰ ਦੇ ਵਿੱਚ ਆ ਸਕਦਾ ਤੁਹਾਨੂੰ। ਠੀਕ ਹੈ ਜੀ, ਇੱਥੇ ਇਹਨਾਂ ਨੇ ਯਾਤਰਾ ਕੀਤੀ ਤਾਂ ਉਹ ਹੁੰਦਾ ਨਾ ਜਿਵੇਂ ਹੁਣ ਮੁਸਲਮਾਨਾਂ ਨੇ ਫਿਰ ਆਪਣਾ ਜਿਵੇਂ ਹੁਣ ਮੁਸਲਿਮ ਜਗਤ ਸਟਾਰਟ ਹੋ ਗਿਆ ਤਾਂ ਫਿਰ ਜਿਵੇਂ ਹਿੰਦੂਆਂ ਦਾ ਹੁੰਦਾ ਜੀ ਸ਼ਕ ਸੰਵਤ, ਜਿਵੇਂ ਆਪਣਾ ਕੈਲੰਡਰ ਹੈ, ਈਸਾਈਆਂ ਦਾ ਗੈਗੋਰੀਅਨ ਕੈਲੰਡਰ ਹੈ, ਤੇ ਇਹਨਾਂ ਨੇ ਵੀ ਆਪਣਾ ਸੰਵਤ ਮਤਲਬ ਕਹਿੰਦੇ ਜੀ ਕੈਲੰਡਰ ਸਟਾਰਟ ਕੀਤਾ ਸੀ। ਹਜ਼ਰਤ ਮੁਹੰਮਦ ਸਾਹਿਬ ਤੋਂ 0 ਮੰਨਣਾ ਸਟਾਰਟ ਕਰਤਾ। ਇਸ ਜਿਹੜੇ ਸੰਵਤ ਨੂੰ ਆਪਾਂ ਕਹਿੰਦੇ ਹਿਜਰੀ ਸੰਵਤ। ਠੀਕ ਹੈ ਜੀ, ਤੇ ਇਹਨਾਂ ਨੇ ਆਪਦਾ ਕੈਲੰਡਰ ਚਲਾ ਲਿਆ ਸੀਗਾ। ਉਸ ਤੋਂ ਬਾਅਦ ਕਹਿੰਦੇ ਆ ਜੀ ਫਿਰ ਮੁਹੰਮਦ ਸਾਹਿਬ ਦੀ ਜਿਹੜੀ ਸ਼ਾਦੀ ਹੈ ਇਹ ਕਿੱਥੋਂ ਕਿੰਨੇ ਕੁ ਸਾਲ ਦੀ ਉਮਰ ਏਜ ਦੇ ਵਿੱਚ ਹੋਈ ਸੀ, ਇਹ ਹੋਈ ਸੀ 25 ਸਾਲ ਦੀ ਏਜ ਦੇ ਵਿੱਚ ਖਦੀਜਾ ਦੇ ਨਾਲ। ਠੀਕ ਹੈ ਜੀ, ਇਹ ਕੀ ਸੀ, ਇਹ ਵਿਧਵਾ ਔਰਤ ਦੇ ਨਾਲ ਇਹਨਾਂ ਨੂੰ ਜਿਹੜਾ ਕਿ ਲਵ ਅਫੇਅਰ ਹੋਇਆ ਸੀ ਇਹਨਾਂ ਦਾ, ਤੇ ਉਸ ਤੋਂ ਬਾਅਦ ਇਹਨਾਂ ਦਾ ਉਹਨਾਂ ਨਾਲ ਵਿਆਹ ਹੋ ਗਿਆ ਸੀਗਾ। ਉਸ ਤੋਂ ਬਾਅਦ ਇਹਨਾਂ ਦੀ ਬੇਟੀ ਹੋਈ ਸੀ, ਉਹਦਾ ਨਾਮ ਸੀ ਫਾਤਿਮਾ, ਤੇ ਇਹਨਾਂ ਦੇ ਦਾਮਾਦ ਸੀਗੇ ਅਲੀ। ਠੀਕ ਹੈ ਜੀ, ਅਲੀ ਤੁਸੀਂ ਬੜੀ ਵਾਰੀ ਸੌਂਗ ਦੇ ਵਿੱਚ ਕਈ ਵਾਰੀ ਅਲੀ ਨਾਮ ਸੁਣਦੇ ਹੋ, ਤੇ ਪੈਗੰਬਰ ਮੁਹੰਮਦ ਸੀਗੇ ਉਹਨਾਂ ਦੇ ਜਮਾਈ ਸੀਗੇ। ਠੀਕ ਹੈ ਜੀ, ਅਲੀ। ਹੁਣ ਕੀ ਹੋਇਆ ਜੀ, ਜੈਬਰੀਅਲ ਕੌਣ ਸੀਗੇ ਜੀ, ਇਹ ਦੇਵਦੂਤ ਸੀਗੇ ਜੀ। ਕਹਿੰਦੇ ਜੀ ਉੱਪਰੋਂ ਆਏ ਸੀ ਇਹਨਾਂ ਨੂੰ, ਪੈਗੰਬਰ ਮੁਹੰਮਦ ਸਾਹਿਬ ਨੂੰ ਇਹ ਮੈਸੇਜ ਦੇ ਕੇ ਗਏ ਸੀ ਕੀ ਦਾ, ਕੁਰਾਨ ਦਾ, ਤਾਂ ਕਿ ਕੁਰਾਨ ਨੂੰ ਫਿਰ ਕਿਹਦੀ ਭਾਸ਼ਾ 'ਚ ਲਿਖਿਆ ਗਿਆ, ਅਰਬੀ ਭਾਸ਼ਾ ਦੇ ਵਿੱਚ ਲਿਖ ਕੇ ਦੇ ਦਿੱਤਾ ਗਿਆ ਸੀਗਾ। ਤੇ ਇਹ ਜਿਹੜੀ ਕੁਰਾਨ ਕੀ ਹੈ ਜੀ, ਸਭ ਤੋਂ ਇੰਪੋਰਟੈਂਟ ਪੇਜ ਹੈ, ਜਿਹੜੀ ਇਸਲਾਮ ਧਰਮ ਦਾ ਸਭ ਤੋਂ ਮੇਨ ਗ੍ਰੰਥ ਹੈ। ਜਿਵੇਂ ਆਪਾਂ ਸਿੱਖਜ਼ਮ ਦੇ ਵਿੱਚ ਕੀ ਹੈ ਜੀ, ਗੁਰੂ ਗ੍ਰੰਥ ਸਾਹਿਬ ਹੈ। ਤੁਹਾਡਾ ਆਪਣੇ ਹਿੰਦੂ ਧਰਮ ਦੇ ਵਿੱਚ ਕੀ ਹੈ ਜੀ, ਆਪਣੇ ਹਿੰਦੂ ਧਰਮ ਦੇ ਵਿੱਚ ਹੈਗਾ ਰਿਗਵੇਦ। ਸੇਮ ਇਸੇ ਤਰ੍ਹਾਂ ਹੀ ਜੈਨਿਜ਼ਮ ਦੇ ਵਿੱਚ ਤ੍ਰਿਰਤਨ ਹੈਗੇ ਨੇ, ਤ੍ਰਿਰਤਨ, ਤੇ ਬੁੱਧਿਜ਼ਮ ਦੇ ਵਿੱਚ ਕੌਣ ਨੇ, ਤ੍ਰਿਪਿਟਾਕਾ। ਠੀਕ ਹੈ ਜੀ, ਇਸ ਤਰ੍ਹਾਂ ਹੈਗੇ ਨੇ, ਜਿਵੇਂ ਸਾਰਿਆਂ ਦੇ ਆਪਣੇ ਆਪਣੇ ਗ੍ਰੰਥ ਨੇ, ਇਸੇ ਤਰ੍ਹਾਂ ਇਹਨਾਂ ਦਾ ਵੀ ਇੱਕ ਗ੍ਰੰਥ ਹੈ। ਤੇ ਬਾਈਬਲ ਕਿਤੇ ਜੀ, ਇਹ ਈਸਾਈਆਂ ਦੀ ਜਿਹੜੀ ਬਾਈਬਲ ਹੈ। ਸੇਮ ਇਸੇ ਤਰ੍ਹਾਂ ਹੀ ਇਹ ਅਰਬੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ। ਠੀਕ ਹੈ ਜੀ, ਕੁਰਾਨ, ਇਹ ਯਾਦ ਰੱਖਣਾ ਤੁਸੀਂ। ਇਹ ਕੁਰਾਨ ਜਿਹੜਾ ਸੀ ਇਹ ਪਵਿੱਤਰ ਗ੍ਰੰਥ ਹੈ। ਇਹਦੇ ਵਿੱਚ 114 ਚੈਪਟਰ ਨੇ, ਜਿਵੇਂ ਵੇਖੋਗੇ ਨਾ ਤੁਸੀਂ 1430 ਪੇਜ ਨੇ ਆਪਣੇ ਕਿਹਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੈਗੇ ਨੇ। ਠੀਕ ਹੈ ਜੀ, ਉਹਦੇ ਇਸੇ ਤਰ੍ਹਾਂ ਹੀ ਜੀ ਇਹਨਾਂ ਦੇ ਕਿੰਨੇ 114 ਚੈਪਟਰ ਨੇ, ਤੇ ਇਹਦੇ ਵਿੱਚੋਂ ਇੰਨੀਆਂ ਲਾਈਨਾਂ ਨੇ, ਮਤਲਬ ਸ਼ਰੂਤੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ, ਲਾਈਨਾਂ ਪੈਰਾਗ੍ਰਾਫ ਦੇ ਵਿੱਚ ਪ੍ਰੇਜ਼ ਦੇ ਵਿੱਚ ਲਿਖਿਆ ਹੋਇਆ। ਉਸ ਤੋਂ ਬਾਅਦ ਜੀ ਇਹਨਾਂ ਦਾ ਜਿਹੜਾ ਲਾਸਟ ਜਿਵੇਂ ਅੱਖਰ ਜਿਹੜਾ ਕਹਿੰਦੇ ਲਾਸਟ ਪੇਜ, ਇਹ ਤਾਂ ਚੈਪਟਰ ਹੋ ਗਏ ਨਾ, ਪੇਜ ਕਿੰਨੇ ਨੇ 786। ਤਾਂ ਹੀ ਤੁਸੀਂ ਵੇਖੋਗੇ 786 ਨੰਬਰ ਹੈ, ਇਹ ਬੜਾ ਫੇਮਸ ਹੈ ਕਿਉਂਕਿ ਸਾਡਾ ਹੁਣ 1430 ਨੰਬਰ ਬਸ ਫੇਮਸ ਨਹੀਂ ਹੋਇਆ, ਇਹਨਾਂ ਨੇ ਇਹਨਾਂ ਫੇਮਸ ਕਰਤਾ ਕਿ ਤੁਸੀਂ 786 ਨੰਬਰ ਲਾਸਟ ਪੇਜ ਹੈ ਕੁਰਾਨ ਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ, ਬੜੇ ਦੇ ਕੁਐਸਚਨ ਹੋਊਗਾ ਦਿਮਾਗ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਦੇਖੋ ਮੁਹੰਮਦ ਸਾਹਿਬ ਨੇ ਜੀ ਆਪਣੀ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਸੀ, ਸਿੱਖਿਆਵਾਂ ਨੂੰ ਕੀ ਕਹਿੰਦੇ ਸੀ, ਕੁਝ ਸਿੱਖਿਆ ਹੁਣ ਦੇਖੋ ਜਦੋਂ ਗਿਆਨ ਪ੍ਰਾਪਤ ਹੋਇਆ ਤਾਂ ਉਹਨਾਂ ਨੇ, ਜਿਵੇਂ ਹੁਣ ਬੁੱਧਿਜ਼ਮ ਦੇ ਵਿੱਚ ਮਹਾਤਮਾ ਬੁੱਧ ਨੂੰ ਜਦੋਂ ਗਿਆਨ ਪ੍ਰਾਪਤ ਹੋਇਆ ਸੀ ਤਾਂ ਉਹਨਾਂ ਨੇ ਸਾਰਨਾਥ ਦੇ ਵਿੱਚ ਜਾ ਕੇ ਕੀ ਦਿੱਤਾ ਸੀਗਾ ਜੀ, ਆਪਣਾ ਪਹਿਲਾ ਉਪਦੇਸ਼ ਦਿੱਤਾ ਸੀਗਾ। ਇਸੇ ਤਰ੍ਹਾਂ ਹੀ ਇਹਨਾਂ ਨੇ ਵੀ ਆਪਣਾ ਉਪਦੇਸ਼ ਦਿੱਤਾ ਸੀਗਾ। ਇਸ ਜਿਹੜੇ ਸਿੱਖਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਉਪਦੇਸ਼ ਕਹਿੰਦੇ ਹਾਂ। ਕਿਸੇ ਗੁਰੂ ਪੀਰ ਫਕੀਰ ਦੇ ਜਿਹੜਾ ਮੁੱਖ ਤੋਂ ਕੋਈ ਚੀਜ਼ ਨਿਕਲਦੀ ਉਹਨੂੰ ਆਪਾਂ ਉਪਦੇਸ਼ ਕਹਿ ਦਿੰਦੇ ਹਾਂ। ਠੀਕ ਹੈ ਜੀ, ਸੇਮ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਸੀਗੇ, ਇਹਨਾਂ ਦੀ ਜਿਹੜੀ ਮ੍ਰਿਤੂ ਹੈ, ਮਤਲਬ ਡੈਥ, ਜਿਹੜੇ ਜੋਤੀ ਜੋਤ ਸਮਾਏ ਜਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੀ, ਤਾਂ ਇਹ 632 ਈਸਵੀ ਦੇ ਵਿੱਚ ਇਹਨਾਂ ਦਾ ਜਿਹੜਾ ਕਿ ਮੱਕਾ ਦੇ ਮਦੀਨੇ ਦੇ ਵਿੱਚ ਡੈਥ ਹੋਈ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਇੱਕ ਚੀਜ਼ ਬਣਾਈ ਸੀ, ਕਿਉਂਕਿ ਇਹਨਾਂ ਦੇ ਟਾਈਮ ਦੇ ਬੜੇ ਲੋਕ ਇਹਨਾਂ ਨੂੰ ਫੋਲੋ ਕਰਦੇ ਸੀ, ਕਿਉਂਕਿ ਇਹ ਮੂਰਤੀ ਪੂਜਾ, ਇਹਨਾਂ ਦਾ ਧਰਮ ਬਹੁਤ ਹੀ ਮਤਲਬ ਆਸਾਨ ਤਰੀਕੇ ਨਾਲ ਚੱਲਣ ਵਾਲਾ ਧਰਮ ਸੀਗਾ, ਤੇ ਇਹਨਾਂ ਨਾਲ ਬਹੁਤ ਲੋਕ ਜੁੜ ਗਏ ਸੀ। ਤੇ ਕਹਿੰਦੇ ਜੀ ਅੱਜ ਤੁਸੀਂ ਦੇਖੋਗੇ ਪੂਰੇ ਵਰਲਡ ਦੇ ਵਿੱਚ 200 ਕੰਟਰੀਆਂ ਨੇ, 200 ਕੰਟਰੀਆਂ ਦੇ ਵਿੱਚ ਮੈਕਸਿਮਮ ਕੰਟਰੀਆਂ ਕਿਹੜੀਆਂ ਨੇ, ਮੁਸਲਿਮ ਕੰਟਰੀਆਂ ਨੇ। ਤਾਂ ਮਤਲਬ ਸਭ ਤੋਂ ਜ਼ਿਆਦਾ ਧਰਮ ਇਹ ਫੈਲਿਆ ਸੀ ਪੂਰੀ ਦੁਨੀਆ ਦੇ ਵਿੱਚ। ਠੀਕ ਹੈ ਜੀ, ਕਿੱਥੇ ਫੈਲਿਆ ਸੀ, ਸਾਊਦੀ ਅਰਬ ਦੇ ਵਿੱਚ। ਸਾਊਦੀ ਅਰਬ ਦੇ ਤੋਂ ਫੈਲਣਾ ਸਟਾਰਟ ਹੋਇਆ ਸੀ ਤਾਂ ਪੂਰੇ ਦੇਸ਼ ਮਤਲਬ ਇਹਦੇ ਵਿੱਚ ਆ ਗਏ ਸੀਗੇ। ਅੱਛਾ, ਮੁਹੰਮਦ ਸਾਹਿਬ ਦੀ ਮ੍ਰਿਤੂ ਤੋਂ ਬਾਅਦ ਕੀ ਹੋਇਆ ਸੀਗਾ ਜੀ, ਫਿਰ ਜਿਹੜਾ ਇਸਲਾਮ ਧਰਮ ਹੈ ਉਹ ਵੀ 2 ਭਾਗਾਂ 'ਚ ਡਿਵਾਈਡ ਹੋ ਗਿਆ, ਸੁੰਨੀ ਤੇ ਸ਼ੀਆ। ਹੁਣ ਇਹਦੇ ਵਿੱਚ ਰੀਜ਼ਨ ਇਸ ਗੱਲ ਦਾ ਹੈ ਜੀ, ਹੁਣ ਪਹਿਲਾਂ ਇਹ ਸਮਝ ਲਓ ਫਿਰ ਮੈਂ ਤੁਹਾਨੂੰ ਉਸ ਦੇ ਬਾਰੇ ਦੱਸਦਾ। ਸੁੰਨੀ ਕੌਣ ਸੀਗੇ, ਸੁੰਨੀ ਜਿਹੜੇ ਸੁੰਨੀ ਸੈਕਟ ਵਾਲੇ ਹੈ ਇਸਲਾਮ ਧਰਮ ਦੇ ਲੋਕ, ਸੁੰਨੀ ਸੈਕਟ ਵਾਲੇ ਲੋਕ ਇਹ ਸੀਗੇ ਜਿਹੜੇ ਵਿਸ਼ਵਾਸ ਕਰਦੇ ਨੇ ਜਿਹੜੀਆਂ ਸੁਣੀ ਸੁਣਾਈਆਂ ਗੱਲਾਂ ਦੇ ਉੱਪਰ, ਉਸੇ ਚੀਜ਼ ਨੂੰ। ਹੁਣ ਸੁਣੀਆਂ ਸੁਣਾਈਆਂ ਗੱਲਾਂ ਕਿਹੜੀਆਂ ਸੀ, ਉਹ ਜਿਹੜੀਆਂ ਕਿ ਕਿਹਨਾਂ ਨੇ ਕਿਹਾ ਸੀ,
ਮੁਹੰਮਦ ਸਾਹਿਬ ਨੇ ਜਿਹੜੀਆਂ ਉਪਦੇਸ਼ ਦਿੱਤੇ ਸੀ ਉਹਨਾਂ ਗੱਲਾਂ ਨੂੰ ਜਿਹੜੇ ਸੁਣ ਕੇ ਚੱਲਦੇ ਸੀ, ਜਿਹੜੇ ਉਹਨਾਂ ਦੇ ਉੱਪਰ ਗੱਲਾਂ 'ਤੇ ਵਾਜਿਬ ਸਾਰੇ ਕੰਮ ਕਰਦੇ ਸੀ, ਉਹ ਹੁੰਦੇ ਸੀ ਸੁੰਨੀ ਸੈਕਟ ਵਾਲੇ, ਜਿਨ੍ਹਾਂ ਨੂੰ ਠੀਕ ਹੈ ਜੀ ਪੈਗੰਬਰ ਮੁਹੰਮਦ ਸਾਹਿਬ ਦੇ ਕਥਨਾਂ ਦੇ ਕਾਰਿਆਂ ਦੇ ਉੱਪਰ ਕੰਮ ਕਰਦੇ ਸੀ, ਜਿਹੜੇ ਉਹਨਾਂ ਦਾ ਕੰਮ ਸੀਗਾ ਉਹਨਾਂ ਦੇ ਸਿਕਸ਼ਾਵਾਂ 'ਤੇ ਚੱਲਦੇ ਸੀਗੇ। ਹੋਇਆ ਕੀ ਸੀਗਾ, ਜਿਹੜੇ ਮੁਹੰਮਦ ਸਾਹਿਬ ਸੀਗੇ ਉਹਨਾਂ ਦੇ ਜਿਹੜੇ ਜਮਾਈ ਸੀਗੇ ਉਹ ਗੱਦੀ ਦੇ ਉੱਪਰ ਬੈਠ ਗਏ ਸੀਗੇ। ਉਸ ਤੋਂ ਬਾਅਦ ਅਲੀ ਜਿਹੜੇ ਸੀਗੇ ਉਹ ਇਹਨਾਂ ਨੇ ਫਿਰ ਇਹਨਾਂ ਦੀ ਸਿਕਸ਼ਾਵਾਂ ਜਿਹੜੀ ਇਹਨਾਂ ਦੀ ਅਲੀ ਦੀ ਸਿਕਸ਼ਾ, ਕਿਉਂਕਿ ਅਲੀ ਗੱਦੀ ਦੇ ਉੱਪਰ ਬੈਠੇ ਅਤੇ ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਸੀ, ਅਲੀ ਦੀ ਡੈਥ ਕਰਾ ਦਿੱਤੀ ਸੀ। ਕਿਉਂ? ਕਿਹਨਾਂ ਨੇ? ਸੁੰਨੀ ਲੋਕਾਂ ਨੇ ਅਲੀ ਦੀ ਡੈਥ ਕਰਵਾਤੀ ਸੀਗੀ। ਇਸ ਤਰ੍ਹਾਂ ਕੋਈ ਪਰਸਨ ਇੱਦਾਂ ਨਹੀਂ ਬਹਿ ਸਕਦਾ। ਅਤੇ ਇਸੇ ਤਰ੍ਹਾਂ ਹੀ ਇਹ ਅੱਜ ਤੱਕ ਦਾ ਵੀ ਤੁਸੀਂ ਦੇਖੋਗੇ ਸ਼ੀਆ ਅਤੇ ਸੁੰਨੀ ਦਾ ਵਿਵਾਦ ਜਿਹੜਾ ਕਿ ਅੱਜ ਤੱਕ ਲੋਕਾਂ ਦੇ ਵਿੱਚ ਚੱਲਦਾ ਪਿਆ, ਮੁਸਲਿਮ ਜਗਤ ਦੇ ਵਿੱਚ ਇਹ ਇਸੇ ਗੱਲ ਦਾ ਵਿਵਾਦ ਅੱਜ ਤੱਕ ਚੱਲਦਾ ਪਿਆ ਹੈ, ਸ਼ੀਆ ਅਤੇ ਸੁੰਨੀ ਦਾ। ਹੁਣ ਸ਼ੀਆ ਕੌਣ ਨੇ? ਸ਼ੀਆ ਉਸ ਨੂੰ ਮੰਨਦੇ ਨੇ ਜਿਹੜੀ ਅਲੀ ਦੀ ਸਿਕਸ਼ਾਵਾਂ ਨੂੰ ਮੰਨਦੇ ਨੇ, ਵਿਸ਼ਵਾਸ ਕਰਦੇ ਨੇ ਅਲੀ ਦੀ ਗੱਲਾਂ ਦੇ ਉੱਪਰ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਦੋਂ ਇਹ ਦਮਾਦ ਸੀਗੇ, ਇਹ ਅਲੀ ਇਹਨਾਂ ਦੇ ਦਮਾਦ ਸੀ ਅਤੇ ਇਹ ਇਸ 'ਤੇ ਉੱਤਰਾਧਿਕਾਰੀ ਬਣੇ ਸੀ, ਤਾਂ ਕਰਕੇ ਇਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਅਲੀ ਦੀ ਜਿਹੜੀ ਹੱਤਿਆ ਕਰਵਾਤੀ ਸੀ, ਹੱਤਿਆ ਤੋਂ ਬਾਅਦ ਕੀ ਹੋਇਆ ਜੀ, ਅਲੀ ਦੇ ਪੁੱਤਰ ਹੁਸੈਨ ਹੋਇਆ, ਹੁਸੈਨ ਦੀ ਵੀ ਜਿਹੜੀ ਡੈਥ ਕਰਵਾ ਦਿੱਤੀ ਸੀ, ਠੀਕ ਹੈ ਜੀ। ਕਰਬਲਾ ਦੇ ਨਾਮਕ ਥਾਂ ਦੇ ਉੱਪਰ ਇਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹਨਾਂ ਦੋਨਾਂ ਦੀ ਹੱਤਿਆ ਦੇ ਕਾਰਨ ਕੀ ਹੋਇਆ, ਜਿਹੜੇ ਸ਼ੀਆ ਸੀਗੇ ਇਹਨਾਂ ਨੇ ਆਪਣਾ ਮਤ ਜਿਹੜਾ ਹੈ ਉਹ ਅਲੱਗ ਹੀ ਕਰ ਲਿਆ ਇਸਲਾਮ ਧਰਮ ਤੋਂ, ਠੀਕ ਹੈ ਜੀ। ਇਸਲਾਮ ਧਰਮ ਤੋਂ ਬਿਲਕੁਲ ਜਿਹੜਾ ਆਪਣਾ ਮਤ ਹੈ ਅਲੱਗ ਕਰ ਲਿਆ ਸੀਗਾ, ਜਿਸ ਦੇ ਅੱਗੇ ਚੱਲ ਕੇ ਤੁਸੀਂ ਵੇਖੋਗੇ ਅੱਗੇ ਚੱਲ ਕੇ ਕੀ ਹੋਇਆ। ਅੱਗੇ ਆਪਣੇ ਮੈਂ ਥੋੜ੍ਹਾ ਦੱਸਦਾ ਤੁਹਾਨੂੰ, ਦੇਖੋ ਅੱਗੇ ਚੱਲ ਕੇ ਕੀ ਹੋਇਆ ਜੀ। ਹੁਣ ਦੇਖੋ, ਹੁਣ ਇਹ ਡਿਫਰੈਂਸ ਇੰਨਾ ਕੀ ਸੀਗਾ ਕਿ ਜਿਹੜੇ ਅਲੀ ਸੀਗੇ, ਅਲੀ ਦੀ ਹੁਣ ਅਲੀ ਦੀ ਕੁਰਸੀ ਦੇ ਉੱਪਰ ਕੋਈ ਨਹੀਂ ਬੈਠੇਗਾ। ਅਲੀ ਦੇ ਨਾਲ ਜਿਹੜੇ ਲੋਕ ਸੀਗੇ, ਜਿੰਨੇ ਹੁਣ ਲੋਕ ਜੁੜੇ ਨੇ, ਇਸ ਨੂੰ ਇੱਕ ਪੋਲੀਟੀਕਲ ਆਧਾਰ ਦੇਣ ਵਾਸਤੇ, ਮਤਲਬ ਰਾਜਨੀਤਿਕ ਇੱਕ ਪਾਰਟੀ ਬਣਾਉਣ ਵਾਸਤੇ ਕੀ ਕੀਤਾ ਗਿਆ, ਇਸ ਦੀ ਜਿਹੜੀ ਅਲੀ ਦੀ ਪੋਸਟ ਦੇ ਵਜੋਂ ਇੱਕ ਪਰਸਨ ਹੋਰ ਬਿਠਾਇਆ ਗਿਆ, ਜਿਹਨੂੰ ਕਹਿੰਦੇ ਸੀ ਜਿਹੜੇ ਆਪਣੇ ਖਲੀਫਾ। ਮਤਲਬ ਇਹਨਾਂ ਅਲੀ ਦੇ ਜਿਹੜੇ ਵੰਸ਼ਜ ਹੁੰਦੇ ਸੀਗੇ ਉਹਨਾਂ ਨੂੰ ਕੀ ਕਿਹਾ ਗਿਆ, ਅੱਗੇ ਚੱਲ ਕੇ ਖਲੀਫਾ ਕਿਹਾ ਗਿਆ। ਖਲੀਫਾ, ਮੈਂ ਇਸ ਦਾ ਥੋੜ੍ਹਾ ਕਲਰ ਚੇਂਜ ਕਰ ਲਵਾਂ। ਅੱਗੇ ਚੱਲ ਕੇ ਫਿਰ ਇਹਨਾਂ ਨੂੰ ਕੀ ਕਿਹਾ ਜੀ, ਖਲੀਫਾ ਕਿਹਾ ਗਿਆ। ਇਹ ਖਲੀਫਾ ਦਾ ਕੰਮ ਹੁੰਦਾ ਸੀ ਜਿਹੜੇ ਮੁਸਲਿਮ ਲੋਕ ਹੈ ਇਹਨਾਂ ਨੂੰ ਪੋਲੀਟੀਕਲ ਆਧਾਰ ਦੇਣਾ, ਪੋਲੀਟੀਕਲ ਦੇਸ਼ ਦੀ ਮੰਗ ਕਰਨਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਸਲਾਮ ਜਗਤ ਦੇ ਵਿੱਚ ਖਲੀਫਾ ਜਿਹੜਾ ਪਦ ਸੀਗਾ, ਹੁਣ ਇਹ ਆਪਣੇ ਵਿੱਚ ਕੁਐਸਚਨ ਇਹ ਆਊਗਾ, ਹੁਣ ਤੱਕ ਮੈਂ ਦੱਸਿਆ ਕਿ ਮੁਹੰਮਦ ਸਾਹਿਬ ਸੀਗੇ, ਉਹਨਾਂ ਦੇ ਬੇਟੇ ਅਲੀ ਸੀਗੇ, ਉਹਨਾਂ ਦੀ ਅਲੀ ਨੂੰ ਮੰਨਦੇ ਸੀ ਤਾਂ ਸ਼ੀਆ ਹੋ ਗਏ, ਪੈਗੰਬਰ ਸਾਹਿਬ ਨੂੰ ਮੰਨਦੇ ਸੀ ਤਾਂ ਸੁੰਨੀ ਹੋ ਗਏ। ਪਰ ਇਹ ਖਲੀਫਾ ਪੋਸਟ ਹੈ ਨਾ, ਖਲੀਫਾ ਪੋਸਟ ਜਦ ਤੱਕ ਤਾਂ ਰਿਲੀਜੀਅਸ ਸੀਗੀ, ਰਿਲੀਜੀਅਸ ਪ੍ਰਚਾਰ ਕਰਦੇ ਸੀ, ਉਦੋਂ ਤੱਕ ਤਾਂ ਠੀਕ ਸੀਗਾ। ਪਰ ਹੁਣ ਦੇਖ ਕੇ ਚੱਲੋ ਕਿ ਜਿਹੜੇ ਬ੍ਰਿਟਿਸ਼ ਨੇ ਸਾਡੇ ਉੱਪਰ ਰਾਜ ਕੀਤਾ ਸੀ, ਉਹੀ ਬ੍ਰਿਟਿਸ਼ ਨੇ ਪੂਰੀ ਦੁਨੀਆ ਦੇ ਵਿੱਚ ਰਾਜ ਕੀਤਾ ਸੀ। ਉਹੀ ਜਿਹੜੇ ਬ੍ਰਿਟਿਸ਼ ਨੇ ਕੀ ਕੀਤਾ ਸੀ, ਟਰਕੀ ਦੇ ਉੱਪਰ ਰਾਜ ਕੀਤਾ ਸੀ। ਟਰਕੀ ਹੁੰਦਾ ਸੀ, ਸਾਊਦੀ ਅਰਬ ਵੀ ਬਾਅਦ ਦੇ ਵਿੱਚ ਬਣਿਆ, ਸਭ ਤੋਂ ਪੁਰਾਣਾ ਦੇਸ਼ ਹੈ ਟਰਕੀ। ਇਸ ਟਰਕੀ ਦੇ ਉੱਪਰ ਵੀ ਰਾਜ ਕੀਤਾ ਸੀ। ਅਤੇ ਟਰਕੀ ਦੇ ਉੱਪਰ ਜਦੋਂ ਇਹ ਖਲੀਫਾ ਕੀ ਕਰਨ ਲੱਗ ਗਏ, ਜਦੋਂ ਦੇਸ਼ ਦੀ ਮੰਗ ਕਰਨ ਲੱਗ ਗਏ, ਤਾਂ ਬ੍ਰਿਟਿਸ਼ ਨੇ ਕੀ ਕੀਤਾ, ਬ੍ਰਿਟਿਸ਼ ਨੇ ਇਹ ਜਿਹੜੀ ਪੋਸਟ ਹੈ ਇਹ ਖ਼ਤਮ ਕਰਤੀ, ਖਲੀਫਾ ਪੋਸਟ ਹੀ ਖ਼ਤਮ ਕਰਤੀ, ਠੀਕ ਹੈ ਜੀ। ਜਦੋਂ ਖਲੀਫਾ ਦੀ ਪੋਸਟ ਖ਼ਤਮ ਕਰਤੀ ਅਤੇ ਤੁਰਕੀ ਦੇ ਸ਼ਾਸਕ ਸੀਗੇ ਜੀ ਮੁਸਤਫਾ ਕਮਾਲ ਪਾਸ਼ਾ, ਠੀਕ ਹੈ ਜੀ, ਉਹ ਇਸ ਦੀ ਖਲੀਫਾ ਦੀ ਪੋਸਟ ਦੇ ਉੱਪਰ ਬੈਠੇ ਸੀ, ਉਹਨਾਂ ਨੇ ਵਿਦਰੋਹ ਕਰਤਾ। ਅੱਗੇ ਚੱਲ ਕੇ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖੋਗੇ ਫਿਰ ਖਿਲਾਫਤ ਅੰਦੋਲਨ ਇੱਥੋਂ ਬਣਿਆ ਸੀਗਾ। ਖਿਲਾਫਤ ਅੰਦੋਲਨ ਬੜੀ ਵਾਰੀ ਪੇਪਰਾਂ 'ਚ ਪ੍ਰਚਾਰ 'ਚ ਰਹਿੰਦਾ 1924 ਦੇ ਟਾਈਮ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜੀ, ਇਬਨ ਇਸ਼ਾਕ ਨਾਮ ਦਾ ਇੱਕ ਪਰਸਨ ਸੀਗਾ ਜਿਹਨੇ ਜੀ ਪੈਗੰਬਰ ਮੁਹੰਮਦ ਸਾਹਿਬ ਦੀ ਜੀਵਨੀ ਦੇ ਉੱਪਰ ਲਿਖਿਆ ਸੀਗਾ, ਠੀਕ ਹੈ, ਜੀਵਨੀ ਦੇ ਉੱਪਰ ਬਾਇਓਗ੍ਰਾਫੀ ਲਿਖੀ ਸੀ, ਠੀਕ ਹੈ ਜੀ। ਅੱਗੇ ਚੱਲ ਕੇ ਅਤੇ ਉਸ ਤੋਂ ਬਾਅਦ ਮੁਹੰਮਦ ਸਾਹਿਬ ਜਿਹੜੇ ਹੈਗੇ ਸੀਗੇ, ਉਹਨਾਂ ਦੀ ਜਨਮ ਦਿਨ ਜਿਹੜਾ ਜਿਸ ਦਿਨ ਜਨਮ ਦਿਨ ਹੋਇਆ ਸੀਗਾ, ਉਸ ਦਿਨ ਨੂੰ ਆਪਾਂ ਈਦ ਏ ਮਿਲਾਦ ਉਨ ਨਬੀ ਦੇ ਨਾਮ ਤੋਂ ਉਹਨੂੰ ਆਪਾਂ ਈਦ ਮਨਾਉਂਦੇ ਹਾਂ ਆਪਾਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਆ। ਈਦ ਹੁਣ ਤੁਸੀਂ ਵੇਖਿਆ ਹੋਏਗਾ, ਈਦ ਦੇ ਮੌਕੇ ਦੇ ਉੱਪਰ ਸਾਡਾ 23ਵਾਂ ਜ਼ਿਲ੍ਹਾ ਬਣਿਆ ਮਲੇਰਕੋਟਲਾ, ਠੀਕ ਹੈ ਜੀ। ਤੁਸੀਂ ਇਹ ਈਦ ਦਾ ਹੀ ਦਿਨ ਸੀਗਾ, ਠੀਕ ਹੈ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਵੇਖੋਗੇ, ਉਸ ਤੋਂ ਬਾਅਦ ਜਦੋਂ ਹੁਣ ਇਸਲਾਮ ਧਰਮ ਪੂਰੀ ਦੁਨੀਆ ਦੇ ਵਿੱਚ ਫੈਲਣਾ ਸੀਗਾ, ਤਾਂ ਅਰਬ ਲੋਕਾਂ ਨੇ ਕੀ ਕੀਤਾ ਜੀ, ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਇਸਲਾਮ ਧਰਮ ਹੈ ਫੈਲਾਉਣਾ ਸਟਾਰਟ ਕੀਤਾ। ਤਾਂ ਹਿੰਦੁਸਤਾਨ ਦੇ ਵਿੱਚ ਪਹਿਲਾਂ ਅਰਬੀ ਲੋਕਾਂ ਨੇ ਹਮਲਾ ਕੀਤਾ, ਅਤੇ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਅਰਬ ਲੋਕਾਂ ਨੇ ਜਦੋਂ ਹਮਲਾ ਕੀਤਾ ਸੀ, ਉਹ ਟਾਈਮ ਕੀ ਸੀਗਾ, 712 ਈਸਵੀ। ਬਹੁਤ ਇੰਪੋਰਟੈਂਟ ਟਾਈਮ ਹੈ, ਇਹ ਪੇਪਰ ਦੇ ਵਿੱਚ ਬੜੀ ਵਾਰੀ ਪੁੱਛਿਆ ਗਿਆ। ਅਰਬਾਂ ਦਾ ਪਹਿਲਾ ਹਮਲਾ ਸੀ ਅਤੇ ਉਹਨਾਂ ਨੇ ਪੰਜਾਬ ਦਾ ਸਿੰਧ ਏਰੀਆ ਜਿੱਤਿਆ ਸੀਗਾ। ਇੱਥੇ ਹੁੰਦੇ ਸੀ ਰਾਜਪੂਤ ਰੂਲਰ ਨੂੰ ਮਾਰਿਆ ਸੀਗਾ ਇੱਥੇ, ਠੀਕ ਹੈ ਜੀ। ਹੁਣ ਇਹ ਜਿਹੜੀ ਕਹਾਣੀ ਹੈ ਅੱਗੇ ਦੀ ਚੱਲ ਕੇ, ਇਹ ਕਹਾਣੀ ਮੈਂ ਤੁਹਾਨੂੰ ਅਗਲੇ ਚੈਪਟਰ ਦੇ ਵਿੱਚ ਦੱਸੂਗਾ, ਠੀਕ ਹੈ ਜੀ। ਹੁਣ ਆਪਾਂ ਇਹ ਚੀਜ਼ ਪੜ੍ਹਦੇ ਹਾਂ ਜਿਹੜਾ ਪੇਪਰ ਦੇ ਵਿੱਚ ਕੁਐਸਚਨ ਆਉਂਦਾ, ਇਹ ਹੁਣ ਇਹਨਾਂ ਨੇ ਨੋਟ ਦੇ ਵਿੱਚ ਦਿੱਤਾ ਹੋਇਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ ਜੀ। ਹੁਣ ਆਪਣੇ ਵਾਸਤੇ ਇੰਪੋਰਟੈਂਟ ਹੈ ਕਿ 712 ਦੇ ਵਿੱਚ ਅਰਬਾਂ ਨੇ ਪਹਿਲਾ ਹਮਲਾ ਕੀਤਾ ਸੀ, ਅਤੇ ਕਿਹੜਾ ਪ੍ਰਾਂਤ ਜਿੱਤਿਆ ਸੀ, ਸਿੰਧ ਪ੍ਰਾਂਤ ਪੰਜਾਬ ਦਾ, ਠੀਕ ਹੈ, ਹਿੰਦੁਸਤਾਨ ਦੇ ਵਿੱਚ ਐਂਟਰੀ ਮਾਰਨ ਵਾਸਤੇ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਦੇਖੋ, ਨਮਾਜ਼ ਜਦੋਂ ਵੀ ਲੋਕ ਮੁਸਲਮਾਨ ਪੜ੍ਹਦੇ ਨੇ ਹਿੰਦੁਸਤਾਨ ਦੇ ਵਿੱਚੋਂ, ਤਾਂ ਹਮੇਸ਼ਾ ਕੀ ਹੈ ਜੀ, ਤੁਸੀਂ ਦੇਖੋ ਇਹ ਜਿਹੜਾ ਇੰਡੀਆ ਹੈ, ਇੰਡੀਆ ਦੇ 4 ਦਿਸ਼ਾਵਾਂ ਬਣਾ ਲਓ, ਨੌਰਥ, ਸਾਊਥ, ਈਸਟ ਅਤੇ ਵੈਸਟ।
ਹੁਣ ਇੰਡੀਆ ਦਾ ਜਿਹੜਾ ਨਾਰਥ ਹੈ ਨਾ, ਇਹ ਨਾਰਥ ਪੰਜਾਬ ਕਿੱਧਰ ਹੈ, ਇਹ ਨਾਰਥ ਈਸਟ ਵਾਲੇ ਪਾਸੇ ਹੈ, ਤੇ ਜਿਹੜਾ ਸਾਊਦੀ ਅਰਬ ਹੈ ਉਹ ਕਿੱਥੇ ਹੈਗਾ ਜੀ, ਇਹ ਹੈਗਾ ਵੈਸਟ ਪੱਛਮ ਦੇ ਵਿੱਚ, ਠੀਕ ਹੈ ਜੀ। ਤੇ ਹਮੇਸ਼ਾ ਇਹ ਇੰਡੀਆ ਦੇ ਲੋਕ ਜਿਹੜੇ ਮੁਸਲਮਾਨ ਨੇ ਉਹ ਪੱਛਮ ਵੱਲ ਮੂੰਹ ਕਰਕੇ ਆਪਣੀ ਕਿਉਂਕਿ ਮੱਕਾ ਤੇ ਮਦੀਨਾ ਦੋ ਸੈਂਟਰ ਜਿਹੜੇ ਨੇ ਮੇਨ, ਉਹ ਕਿੱਥੇ ਨੇ, ਸਾਊਦੀ ਅਰਬ ਦੇ ਵਿੱਚ ਨੇ, ਤੇ ਉਹ ਹੈਗੇ ਨੇ ਪੱਛਮ ਦਿਸ਼ਾ ਦੇ ਵਿੱਚ, ਜਿੱਥੇ ਕਰਕੇ ਮੁਸਲਮਾਨ ਜਦੋਂ ਵੀ ਆਪਣੀ ਨਮਾਜ਼ ਪੜ੍ਹਦੇ ਨੇ ਤੇ ਪੱਛਮ ਵੱਲ ਮੂੰਹ ਕਰਦੇ ਨੇ, ਤੇ ਇਸ ਨੂੰ ਜਦੋਂ ਕਰਕੇ ਖੜੇ ਹੁੰਦੇ ਨੇ ਪੱਛਮ ਵੱਲ, ਉਸ ਚੀਜ਼ ਨੂੰ ਕਿਹਾ ਜਾਂਦਾ ਕਿਬਲਾ, ਠੀਕ ਹੈ ਜੀ, ਕਿਬਲਾ ਪ੍ਰੋਸੈਸ ਕਿਹਾ ਜਾਂਦਾ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਕਿ ਤੁਹਾਨੂੰ ਇਹ ਜਿਹੜਾ ਇਹ ਧਰਮ ਹੈ ਇਹ ਸਮਝ ਆ ਗਿਆ ਹੋਣਾ, ਤੇ ਤੁਹਾਨੂੰ ਕਾफ़ੀ ਚੀਜ਼ਾਂ ਇਸ ਦੇ ਵਿੱਚ ਪਤਾ ਲੱਗੀਆਂ ਹੋਣੀਆਂ। ਤਾਂ ਪਲੀਜ਼ ਤੁਸੀਂ ਨਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ। ਇਸ ਤਰ੍ਹਾਂ ਦੀ ਵੀਡੀਓ ਹੋਰ ਆਪਾਂ ਬਣਾਈਏ ਤਾਂ ਕਿ ਤੁਹਾਡੇ ਨੂੰ ਇਸ ਦੇ ਵਿੱਚ ਕੋਈ ਵੀ ਪੇਪਰ ਹੋਵੇ SSC GD ਦਾ ਜਾਂ ਤੁਹਾਡਾ ਕਨਸਟੇਬਲ ਦਾ, ਤੁਹਾਨੂੰ ਬਹੁਤ ਬੈਨੀਫਿਟ ਕਰੂਗਾ। ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਆਪਾਂ ਮਿਡਾਈਵਲ ਇੰਡੀਆ ਸਟਾਰਟ ਕਰਾਂਗੇ। ਇਹਦੇ ਵਿੱਚ ਆਪਾਂ ਇਸਲਾਮ ਧਰਮ ਪੜ੍ਹ ਲਿਆ। ਇਸਲਾਮ ਧਰਮ ਤੋਂ ਬਾਅਦ ਅੱਗੇ ਆਪਾਂ ਰੂਲਰ ਵੇਖਾਂਗੇ ਕਿਹੜੇ ਪਰਸਨ ਨੇ ਇੰਡੀਆ ਦੇ ਉੱਪਰ ਹਮਲੇ ਕੀਤੇ। ਠੀਕ ਹੈ ਜੀ, ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਪਲੀਜ਼ ਸਬਸਕ੍ਰਾਈਬ ਦਾ ਮਾਈ ਚੈਨਲ।